ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਪੇਸ਼ ਕਰਨ ਦਾ ਵੇਲਾ ਹੋ ਚੱਲਿਆ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਕਰਨੀ ਬਣਦੀ ਹੈ। ਲੰਘੇ ਕੱਲ੍ਹ ਪੰਜਾਬ ਦੇ ਵਿੱਚ ਲੋਹੜਿਆਂ ਦੀ ਗਰਮੀ ਸੀ। ਜਦੋਂ ਦਿਨ ਚੜ੍ਹਿਆ ਇਹ ਜਾਪਿਆ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਕਿ ਅੱਜ ਠੰਡੀ ਹਵਾ ਚੱਲਦੀ ਰਹਿਣੀ ਆ। ਕੁਝ ਕੁ ਘੰਟੇ ਚੱਲੀ ਵੀ, ਪਰ ਦੁਪਹਿਰ ਦੇ ਵੇਲੇ ਜਿਸ ਤਰੀਕੇ ਦੇ ਨਾਲ ਸੂਰਜ ਦੀ ਟਿੱਕੀ ਨੇ ਰੰਗ ਦਿਖਾਇਆ, ਉਸ ਤੋਂ ਬਾਅਦ 35-36 ਡਿਗਰੀ ਤੱਕ ਟੈਂਪਰੇਚਰ ਪੰਜਾਬ ਦਾ ਪਹੁੰਚ ਗਿਆ। ਮੌਸਮ ਵਿਭਾਗ ਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਆਉਂਦੇ 48 ਘੰਟਿਆਂ ਦੇ ਵਿੱਚ ਪੰਜਾਬ ਦਾ ਮੌਸਮ ਸਥਿਰ, ਗਰਮ ਯਾਨੀ ਕਿ ਖੁਸ਼ਕ ਵੀ ਰਹਿਣਾ। ਉਸ ਤੋਂ ਅਗਲੀ ਗੱਲ ਇਹ ਆ ਕਿ ਦਿੱਲੀ ਦੇ ਬਾਰਡਰਾਂ ਦੇ ਉੱਤੇ ਇਸ ਵਕਤ 37-38 ਡਿਗਰੀ ਤੱਕ ਟੈਂਪਰੇਚਰ ਹੋ ਚੁੱਕਿਆ। ਮੈਨੂੰ ਕੱਲ੍ਹ ਇੱਕ ਸੱਜਣ ਨੇ ਗੱਲ ਪੁੱਛੀ ਕਿ ਦਿੱਲੀ ਦੇ ਬਾਰਡਰਾਂ ਦੇ ਉੱਤੇ ਕਿਸਾਨ ਕਿਵੇਂ ਬੈਠੇ ਆ ਜਾਂ ਕਿਵੇਂ ਬੈਠੇ ਰਹਿਣਗੇ। ਉੱਥੇ ਤਾਂ ਸਹੂਲਤ ਕੋਈ ਨਹੀਂ, ਉੱਥੇ ਨਾ ਕੋਈ ਕਮਰਾ, ਨਾ ਉੱਥੇ ਕੋਈ ਛੱਤ ਆ, ਨਾ ਉੱਥੇ ਕੋਈ ਹੋਰ ਪ੍ਰਬੰਧ ਆ, ਨਾ ਕੋਈ ਦਰਖਤ ਆ, ਨਾ ਕੋਈ ਖਾਣ ਪੀਣ ਦਾ ਵਧੀਆ ਪ੍ਰਬੰਧ ਹੋਣਾ। ਮੈਂ ਉਹਨਾਂ ਨੂੰ ਇੱਕ ਬੇਨਤੀ ਕੀਤੀ ਕਿ ਪਿਛਲੇ ਦਿਨੀਂ ਮੈਂ ਇੱਕ ਕਿਸਾਨ ਆਗੂ ਨਾਲ ਗੱਲਬਾਤ ਕੀਤੀ ਸੀ। ਇਹੀ ਸਵਾਲ ਮੈਂ ਉਹਨਾਂ ਨੂੰ ਕੀਤੇ। ਮੈਂ ਇਹਨਾਂ ਨੂੰ ਇਹ ਗੱਲ ਕਹੀ ਜੀ ਕਿ ਗਰਮੀ ਦੇ ਵਿੱਚ ਕਿਵੇਂ ਕਿਸਾਨ ਇੱਥੇ ਗੁਜ਼ਾਰਾ ਕਰਨਗੇ। ਸਿਆਲਾਂ ਦੇ ਵਿੱਚ ਤਾਂ ਚਲੋ ਟਰਾਲੀਆਂ ਦੇ ਵਿੱਚ ਸੌਂਗੇ, ਉੱਥੇ ਨਿੱਘ ਚਾਹੀਦਾ ਸੀ। 10-10 12-12 ਜਣੇ ਇੱਕ ਟਰਾਲੀ ਦੇ ਵਿੱਚ ਸੌਂਗੇ। ਉਸ ਕਿਸਾਨ ਨੇ ਉੱਤਰ ਬੜਾ ਖੂਬਸੂਰਤ ਦਿੱਤਾ। ਉਹ ਕਹਿੰਦਾ ਮਈ ਜੂਨ ਦੇ ਮਹੀਨੇ ਦੇ ਵਿੱਚ ਇਹ ਕਿਸਾਨ ਆ ਜਿਹੜੇ ਉਹ ਆਪਣਾ ਝੋਨਾ ਭਾਲਦੇ ਆ। ਉਹਨੇ ਇਹ ਗੱਲ ਕਹੀ ਜੀ ਕਿ ਪੰਜਾਬ ਦੇ ਕਿਸਾਨ ਉਸ ਵੇਲੇ ਝੋਨਾ ਲਾਉਂਦੇ ਆ, ਉਸ ਵੇਲੇ ਉਹਨੂੰ ਪਾਲਦੇ ਜਦੋਂ ਸਿਰ ਦੇ ਉੱਤੇ ਸੂਰਜ ਦੀ ਟਿੱਕੀ ਅੱਗ ਭਰਾਉਂਦੀ ਹੁੰਦੀ ਆ ਤੇ ਉਧਰ ਦੂਜੇ ਪਾਸੇ ਪਾਣੀ ਆ ਜਿਹੜਾ ਸੇਕ ਮਾਰਦਾ ਹੁੰਦਾ, ਯਾਨੀ ਕਿ ਗਿੱਚੀ ਤੋਂ ਲੈ ਕੇ ਗਿੱਟਿਆਂ ਤੱਕ ਮੁੜਕਾ ਚੋਂਦਾ ਹੁੰਦਾ। ਜੇਕਰ ਐਤਕੀ ਵੀ ਮੁੜਕਾ ਸਾਨੂੰ ਟਰਾਲੀਆਂ ਦੇ ਵਿੱਚ ਬੈਠਿਆਂ ਨੂੰ ਚੋਂਦਾ ਰਹੂਗਾ, ਜੇਕਰ ਐਤਕੀ ਅਸੀਂ ਸੜਕਾਂ ਦੇ ਉੱਤੇ ਬੈਠੇ ਸੰਘਰਸ਼ ਕਰਦਿਆਂ, ਅੰਦੋਲਨ ਕਰਦਿਆਂ ਉਸੇ ਪਰਿਸਥਿਤੀ ਦੇ ਵਿੱਚੋਂ ਲੰਘਾਂਗੇ, ਸਾਨੂੰ ਕੋਈ ਇਤਰਾਜ਼ ਨਹੀਂਗਾ। ਸਾਨੂੰ ਇਤਰਾਜ਼ ਇਸ ਗੱਲ ਦੇ ਉੱਤੇ ਹੈਗਾ ਕਿ ਕੇਂਦਰ ਦੀ ਸਰਕਾਰ ਸੁਣਦੀ ਨਹੀਂ, ਪਰ ਸਾਨੂੰ ਕੁਦਰਤ ਦੇ ਉੱਤੇ ਕੋਈ ਉਲਾਂਭਾ ਨਹੀਂ, ਕਿਉਂਕਿ ਸਾਨੂੰ ਪਤਾ ਕਿ ਮੌਸਮ ਨੇ ਬਦਲ ਜਾਣਾ, ਸਰਕਾਰ ਵੀ ਬਦਲੂਗੀ, ਪਰ ਅਸੀਂ ਨਹੀਂ ਬਦਲਣ ਵਾਲੇ, ਕਿਉਂਕਿ ਅਸੀਂ ਅਡਿੱਗ ਹਾਂ, ਅਸੀਂ ਆਪਣੀ ਥਾਂ ਦੇ ਉੱਤੇ ਡਟੇ ਹੋਏ ਹਾਂ। ਮੈਨੂੰ ਉਹਨਾਂ ਦੀ ਇਸ ਗੱਲ ਦੇ ਉੱਤੇ, ਉਹਨਾਂ ਦੇ ਇਸ ਉੱਤਰ ਦੇ ਉੱਤੇ ਮਾਣ ਹੋਇਆ, ਰਸ਼ਕ ਹੋਇਆ ਤੇ ਮੈਂ ਸਿਰੜੀ ਕਿਸਾਨਾਂ ਦਾ ਬਹੁਤ ਵੱਡਾ ਸਤਿਕਾਰ ਕਰਦਾ ਤੇ ਕਰਦੇ ਵੀ ਰਹਿਣਾ ਚਾਹੀਦਾ। ਉਸ ਤੋਂ ਅਗਲੀ ਗੱਲ ਇਹ ਹੈ ਵੀ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਲੰਘੇ ਕੱਲ੍ਹ ਇੱਕ ਮਹੱਤਵਪੂਰਨ ਮੀਟਿੰਗ ਕੀਤੀ ਗਈ ਹੈ। ਇਸ ਮੀਟਿੰਗ ਦੇ ਵਿੱਚ ਇਸ ਗੱਲ ਦਾ ਐਲਾਨ ਕਰ ਦਿੱਤਾ ਗਿਆ ਕਿ ਅਸੀਂ ਅੱਗੇ ਕਿਹੜੇ ਪ੍ਰੋਗਰਾਮ ਲਿਖਣੇ ਆ, ਅੱਗੇ ਅਸੀਂ ਕੀ ਕਰਕੇ ਦਿਖਾਉਣਾ। ਇਹਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਮਈ ਦੇ ਪਹਿਲੇ ਹਫ਼ਤੇ ਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਕਿਸਾਨ ਆ ਜਿਹੜੇ ਉਹ ਸੰਸਦ ਦੇ ਵੱਲ ਕੂਚ ਕਰਨਗੇ, ਯਾਨੀ ਕਿ ਘੇਰਾ ਪਾਉਣਗੇ। ਇਹ ਗੱਲ ਕਹੀ ਗਈ ਹੈ ਕਿ ਮਈ ਦੀ ਤਰੀਕ ਹਾਲੇ ਮਿੱਥਾਂਗੇ, ਪਰ ਮਈ ਦੇ ਪਹਿਲੇ ਹਫ਼ਤੇ ਦੇ ਵਿੱਚ ਇਹ ਪ੍ਰੋਗਰਾਮ ਲਿੱਤਾ ਗਿਆ। ਇਹ ਵੀ ਗੱਲ ਕਹੀ ਗਈ ਹੈ ਕਿ ਵਹੀਕਲ ਅਸੀਂ ਬਾਰਡਰਾਂ ਦੇ ਉੱਤੇ ਖੜੇ ਕਰਕੇ ਜਾਵਾਂਗੇ, ਪੈਦਲ ਅੱਗੇ ਵਧਾਂਗੇ ਤੇ ਇਹ ਦੱਸਾਂਗੇ ਕੇਂਦਰ ਦੀ ਸਰਕਾਰ ਨੂੰ ਕਿ ਜੇਕਰ ਤੁਸੀਂ ਟਸ ਤੋਂ ਮਸ ਨਹੀਂ ਹੋਏ ਤਾਂ ਅਸੀਂ ਵੀ ਪਿੱਛੇ ਹਟਣ ਵਾਲੇ ਨਹੀਂ ਹਾਂ। ਜੇਕਰ ਅਸੀਂ ਦਿੱਲੀ ਦੀ ਸੰਸਦ ਤੱਕ ਪਹੁੰਚ ਸਕਦੇ ਹਾਂ ਤਾਂ ਫਿਰ ਅਸੀਂ ਇਹ ਦੇਖ ਲਓ ਕਿਸੇ ਦੀ ਵੀ ਕੋਠੀ, ਕਿਸੇ ਦੀ ਵੀ ਬੰਗਲੇ ਤੱਕ ਪਹੁੰਚ ਸਕਦੇ ਹਾਂ। ਹਾਲੇ ਵੀ ਸਾਡੇ ਸਬਰ ਦਾ ਇਮਤਿਹਾਨ ਨਾ ਲਓ। ਕਿਸਾਨ ਆਗੂਆਂ ਨੇ ਵੀ ਗੱਲ ਕਹੀ ਹੈ ਵੀ ਇਸ ਵਕਤ ਕੇਂਦਰ ਦੀ ਸਰਕਾਰ ਨਹੀਂ ਮੰਨਦੀ, ਕੋਈ ਗੱਲ ਨਹੀਂ, ਪਰ ਮਨਾਏ ਤੋਂ ਬਿਨਾਂ ਜਾਣ ਵਾਲੇ ਅਸੀਂ ਵੀ ਨਹੀਂ। ਉਹਨਾਂ ਨੇ ਇਹ ਗੱਲ ਕਹੀ ਹੈ ਕਿ 1 ਮਈ ਨੂੰ ਮਈ ਦਿਹਾੜਾ ਮਨਾਵਾਂਗੇ ਕਿਰਤੀਆਂ ਦਾ। ਉਹਨਾਂ ਨੇ ਇਹ ਗੱਲ ਕਹੀ ਹੈ ਕਿ 14 ਅਪ੍ਰੈਲ ਨੂੰ ਅਸੀਂ ਸੰਵਿਧਾਨ ਦਿਵਸ ਮਨਾਵਾਂਗੇ ਤੇ 13 ਅਪ੍ਰੈਲ ਨੂੰ ਖਾਲਸਾ ਸਾਜਨਾ ਦਿਵਸ ਆ ਜਿਹੜਾ ਉਹਨੂੰ ਇੱਥੇ ਅਸੀਂ ਚਾਅ ਦੇ ਨਾਲ ਮਨਾਵਾਂਗੇ। ਸੋ ਕਹਿਣ ਦਾ ਭਾਵ ਇਹ ਹੈ ਕਿ ਵੱਖੋ ਵੱਖਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਤੇ ਲੋਕਾਂ ਨੂੰ, ਕਿਸਾਨਾਂ ਨੂੰ ਵੀ ਸੱਦਾ ਦਿੱਤਾ ਜਾ ਰਿਹਾ ਕਿ ਵੱਧ ਤੋਂ ਵੱਧ ਇੱਥੇ ਪਹੁੰਚੋ ਤੇ ਪਿਛਾਂਹ ਨੂੰ ਪੈਰ ਨਹੀਂ ਖਿੱਚਣੇ। ਇਸ ਤੋਂ ਇਲਾਵਾ ਜੇ ਗੱਲ ਕਰਦੇ ਹਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ, ਉਹਨਾਂ ਦੇ ਵੱਲੋਂ ਲੰਘੇ ਕੱਲ੍ਹ ਅੰਮ੍ਰਿਤਸਰ ਦੇ ਵਿੱਚ ਮਹੱਤਵਪੂਰਨ ਮੀਟਿੰਗ ਕੀਤੀ ਗਈ ਹੈ। ਇੱਥੇ ਪਤਾ ਲੱਗਾ ਜੀ ਕਿ 18 ਅਪ੍ਰੈਲ ਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਇਕੱਠ ਕੀਤਾ ਜਾ ਰਿਹਾ ਅੰਮ੍ਰਿਤਸਰ ਸਾਹਿਬ ਦੇ ਵਿੱਚ ਤੇ ਉੱਥੇ ਇਸ ਸੰਘਰਸ਼ ਕਮੇਟੀ ਦੇ ਵੱਲੋਂ 1 ਲੱਖ ਦੇ ਕਰੀਬ ਲੋਕਾਂ ਦਾ ਇਕੱਠ ਕਰਨ ਦਾ ਐਲਾਨ ਕਰ ਦਿੱਤਾ ਗਿਆ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਕਿਸਾਨ ਅੰਦੋਲਨ ਨੂੰ ਅੱਗੇ ਵਧਾਉਂਦਿਆਂ ਵੱਡਾ ਐਲਾਨ ਕੀਤਾ ਗਿਆ। ਅੰਦੋਲਨਕਾਰੀ ਕਿਸਾਨਾਂ ਵੱਲੋਂ ਮਈ ਦੇ ਪਹਿਲੇ ਹਫ਼ਤੇ ਸੰਸਦ ਵੱਲ ਕੂਚ ਕੀਤਾ ਜਾਵੇਗਾ। ਫਿਲਹਾਲ ਇਸ ਦੀ ਤਰੀਕ ਫਾਈਨਲ ਨਹੀਂ ਕੀਤੀ ਗਈ। ਇਹਦੇ ਵਿੱਚ ਔਰਤਾਂ, ਮਜ਼ਦੂਰ, ਕਿਰਤੀ, ਕਿਸਾਨ ਹਰ ਕੋਈ ਸ਼ਾਮਲ ਹੋਵੇਗਾ। ਸਾਰੇ ਦਿੱਲੀ ਸਰਹੱਦ ਤੱਕ ਆਪਣੀ ਸਵਾਰੀ ਦੇ ਉੱਤੇ ਆਉਣਗੇ ਤੇ ਫਿਰ ਪੈਦਲ ਜਾਣਗੇ। ਟੀਮਾਂ ਬਣਾ ਕੇ ਕੰਮ ਕੀਤਾ ਜਾਵੇਗਾ ਤਾਂ ਜੋ ਕੋਈ ਗੜਬੜੀ ਨਾ ਹੋਵੇ। ਸੰਸਦ ਭਵਨ ਤੱਕ ਸ਼ਾਂਤੀਪੂਰਨ ਤਰੀਕੇ ਨਾਲ ਜਾਇਆ ਜਾਵੇਗਾ। ਸੰਯੁਕਤ ਕਿਸਾਨ ਮੋਰਚੇ ਵੱਲੋਂ 14 ਅਪ੍ਰੈਲ ਨੂੰ ਸੰਵਿਧਾਨ ਦਿਵਸ ਮਨਾਇਆ ਜਾਵੇਗਾ ਤਾਂ ਜੋ ਸੰਵਿਧਾਨ ਨੂੰ ਬਚਾਇਆ ਜਾ ਸਕੇ। ਉਹਨਾਂ ਕਿਹਾ ਕਿ ਇਸ ਦੀ ਜ਼ਰੂਰਤ ਇਸ ਕਰਕੇ ਹੈ ਕਿਉਂਕਿ ਇੱਥੇ ਅੰਦੋਲਨ ਦੇ ਵਿੱਚ ਬਹੁਤ ਕੁਝ ਵਾਪਰਿਆ। ਸਰਕਾਰ ਵਾਰ-ਵਾਰ ਮਨਮਾਨੀਆਂ ਕਰ ਰਹੀ ਹੈ। 13 ਅਪ੍ਰੈਲ ਨੂੰ ਖਾਲਸਾਈ ਦਿਵਸ ਮਨਾਇਆ ਜਾਵੇਗਾ, ਯਾਨੀ ਕਿ ਖਾਲਸਾ ਸਾਜਨਾ ਦਿਵਸ ਮਨਾਇਆ ਜਾਵੇਗਾ। ਸਭ ਨੂੰ ਚੇਤੇ ਹੈ ਕਿ ਜਲਿਆਂਵਾਲਾ ਬਾਗ ਦੇ ਵਿੱਚ ਜ਼ੁਲਮ ਦੇ ਖਿਲਾਫ ਜੋ ਕੁਝ ਵਾਪਰਿਆ ਸੀ। ਸੰਯੁਕਤ ਕਿਸਾਨ ਮੋਰਚਾ ਸਰਕਾਰ ਖਿਲਾਫ ਲਗਾਤਾਰ ਇਹ ਗੱਲ ਕਹਿ ਰਿਹਾ। 736 ਜ਼ਿਲ੍ਹਿਆਂ ਦੇ ਵਿੱਚ FCI ਦੇ ਮਾਮਲੇ ਦੇ ਉੱਤੇ ਵੱਖ-ਵੱਖ ਦਫ਼ਤਰਾਂ ਦਾ ਘਿਰਾਓ ਕੀਤਾ ਜਾਵੇਗਾ। 5 ਅਪ੍ਰੈਲ ਨੂੰ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮੀ 6
ਵਜੇ ਤੱਕ ਫਸਲ ਵੇਚਣ ਖਾਤਰ ਤੇ FCI ਦੇ ਨਵੇਂ ਫੈਸਲੇ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। 10 ਅਪ੍ਰੈਲ ਨੂੰ 24 ਘੰਟਿਆਂ ਵਾਸਤੇ KMP ਨੂੰ ਜਾਮ ਕੀਤਾ ਜਾਵੇਗਾ। ਇਹ ਜਾਮ 10 ਅਪ੍ਰੈਲ ਨੂੰ ਸਵੇਰੇ 11 ਵਜੇ ਤੋਂ ਲੈ ਕੇ ਅਗਲੇ ਦਿਨ 11 ਵਜੇ ਤੱਕ ਯਾਨੀ ਕਿ 11 ਅਪ੍ਰੈਲ ਤੱਕ ਜਾਰੀ ਰਹੇਗਾ, ਕਿਉਂਕਿ ਸਰਕਾਰ ਕਿਸਾਨਾਂ ਦੀ ਸੁਣ ਨਹੀਂ ਰਹੀ। ਇਸ ਕਰਕੇ 24 ਘੰਟੇ ਦੇ ਲਈ ਦਿੱਲੀ ਜਾਮ ਕੀਤੀ ਜਾਵੇਗੀ। 1 ਮਈ ਨੂੰ ਲੇਬਰ ਡੇ ਸਾਰੇ ਬਾਰਡਰਾਂ ਦੇ ਉੱਤੇ ਮਨਾਇਆ ਜਾਵੇਗਾ, ਕਿਉਂਕਿ ਹਰ ਕੋਈ ਅੰਦੋਲਨ ਦੇ ਵਿੱਚ ਸ਼ਾਮਿਲ ਹੈ। 6 ਅਪ੍ਰੈਲ ਨੂੰ ਪੂਰੇ ਦੇਸ਼ ਤੋਂ ਮਿੱਟੀ ਲਿਆਂਦੀ ਜਾਵੇਗੀ ਤਾਂ ਜੋ ਬਾਰਡਰਾਂ ਤੇ ਸ਼ਹੀਦ ਹੋਏ ਕਿਸਾਨਾਂ ਦਾ ਸਮਾਰਕ ਬਣਾਇਆ ਜਾਵੇ ਤੇ ਲੋਕ ਉਹਨਾਂ ਨੂੰ ਚੇਤੇ ਰੱਖਣ। ਸੰਯੁਕਤ ਕਿਸਾਨ ਮੋਰਚੇ ਮੁਤਾਬਕ 300 ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਨੇ। NRI ਲੋਕ ਮਦਦ ਕਰ ਰਹੇ ਨੇ, ਪਰ ਸਰਕਾਰ ਉਹਨਾਂ ਦੇ ਉੱਤੇ ਵੀ ਛਾਪੇ ਪਵਾ ਰਹੀ ਹੈ। ਸੰਯੁਕਤ ਕਿਸਾਨ ਮੋਰਚੇ ਨੇ ਇਹਦਾ ਵਿਰੋਧ ਕੀਤਾ ਤੇ ਕਿਹਾ ਕਿ ਇਸ ਗੱਲ ਨੂੰ ਹੁਣ ਹੋਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਰਕਾਰ ਕਿਸਾਨਾਂ ਦੀ ਕੋਈ ਮਦਦ ਨਹੀਂ ਕਰ ਰਹੀ, ਜਿਹੜੇ ਮਦਦ ਕਰ ਰਹੇ ਨੇ ਸਰਕਾਰ ਉਹਨਾਂ ਦੇ ਉੱਤੇ ਦਬਾਅ ਬਣਾਉਣ ਦਾ ਕੰਮ ਕਰ ਰਹੀ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕਿ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਆ ਉਸ ਹਾਲਾਤ ਦੇ ਮੱਦੇਨਜ਼ਰ ਕਿਸਾਨ ਆਗੂ ਆਉਂਦੇ ਸਮੇਂ ਦੇ ਵਿੱਚ ਜੇਕਰ ਕੋਈ ਤਿੱਖਾ ਫੈਸਲਾ ਨਹੀਂ ਲੈਣਗੇ, ਜੇਕਰ ਕੋਈ ਵੱਡਾ ਪ੍ਰੋਗਰਾਮ ਨਹੀਂ ਉਲੀਕਣਗੇ ਤਾਂ ਲੋਕਾਂ ਦੇ ਹੌਸਲੇ ਜਿਹੜੇ ਉਹ ਪਸਤ ਹੋਣ ਵੱਲ ਵੱਧ ਸਕਦੇ ਆ। ਹਾਲਾਂਕਿ ਹਾਲੇ ਤੱਕ ਅਸੀਂ ਇਹ ਗੱਲ ਕਹਿੰਦੇ ਆ ਕਿ ਡਟੇ ਹੋਏ ਕਿਸਾਨ ਆ ਤੇ ਡਟੇ ਹੋਏ ਕਿਸਾਨਾਂ ਦੇ ਸਿਰ ਨੂੰ ਸਲਾਮ ਅਸੀਂ ਵਾਰ-ਵਾਰ ਕਰਦੇ ਹਾਂ ਤੇ ਕਰਦੇ ਰਹਾਂਗੇ। ਪਰ ਉਸ ਤੋਂ ਅਗਲੀ ਗੱਲ ਇਹ ਆ ਵੀ ਜਦੋਂ ਕੇਂਦਰ ਦੀ ਸਰਕਾਰ ਦੇ ਉੱਤੇ ਅਸਰ ਕੋਈ ਨਹੀਂ ਹੁੰਦਾ ਤਾਂ ਫਿਰ ਤਿੱਖੇ ਪ੍ਰੋਗਰਾਮ ਉਲੀਕਣੇ ਹੀ ਪੈਣੇ ਆ ਤੇ ਉਲੀਕਣ ਦੀ ਗੱਲ ਹੁਣ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਕੀਤੀ ਵੀ ਜਾ ਰਹੀ ਹੈ। ਲੰਘੇ ਕੱਲ ਭਾਰਤ ਦੇ ਕੈਬਨਿਟ ਮੰਤਰੀ ਪੀਯੂਸ਼ ਗੋਇਲ ਦੇ ਵੱਲੋਂ ਪੰਜਾਬ ਦੀ ਸਰਕਾਰ ਨੂੰ ਇੱਕ ਚਿੱਠੀ ਲਿਖੀ ਗਈ ਹੈ। ਉਹਨਾਂ ਨੇ ਗੱਲ ਕਹੀ ਹੈ ਕਿ ਪੰਜਾਬ ਦੇ ਵਿੱਚ ਜੋ ਸਿੱਧੀ ਅਦਾਇਗੀ ਦੇ ਲਈ ਰਿਕਾਰਡ ਜਮ੍ਹਾਂ ਕਰਵਾਉਣਾ ਸੂਬੇ ਦੀ ਸਰਕਾਰ ਜਲਦੀ ਤੋਂ ਜਲਦੀ ਕਰਵਾਵੇ। ਯਾਨੀ ਕਿ ਇੱਕ ਪਾਸੇ ਕਿਸਾਨ ਵਿਰੋਧ ਕਰ ਰਹੇ ਆ ਕਿ ਅਸੀਂ ਇਹ ਰਿਕਾਰਡ ਜਮ੍ਹਾਂ ਨਹੀਂ ਕਰਵਾਉਣਾ, ਦੂਜੇ ਪਾਸੇ ਕੇਂਦਰ ਦੀ ਸਰਕਾਰ ਸੂਬੇ ਦੀ ਸਰਕਾਰ ਦੇ ਉੱਤੇ ਦਬਾਅ ਬਣਾ ਕੇ ਇਸ ਫੈਸਲੇ ਨੂੰ ਲਾਗੂ ਕਰਵਾਉਣ ਦੇ ਲਈ ਉਤਸੁਕ ਹੈ। ਉਹਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਜੇਕਰ ਇਹ ਕੁਝ ਨਾ ਕੀਤਾ ਤਾਂ ਅਦਾਇਗੀ ਦੇ ਵਿੱਚ ਦੇਰੀ ਹੋ ਸਕਦੀ ਹੈ ਤੇ ਫਿਰ ਤੁਸੀਂ ਸਾਨੂੰ ਜ਼ਿੰਮੇਵਾਰ ਨਹੀਂ ਕਹਿਣਾ। ਸੋ ਇਸ ਤਰੀਕੇ ਦੇ ਹਾਲਾਤ ਪੈਦਾ ਕੀਤੇ ਜਾ ਰਹੇ ਆ। ਇੱਕ ਹੋਰ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਮਾਣਯੋਗ ਸੁਪਰੀਮ ਕੋਰਟ ਦੇ ਵੱਲੋਂ ਜੋ 3 ਮੈਂਬਰੀ ਕਮੇਟੀ ਬਣਾਈ ਗਈ ਸੀ ਉਹ ਕਮੇਟੀ ਖੇਤੀ ਕਾਨੂੰਨਾਂ ਦੇ ਮੁਤਲਕ ਸੀ। ਉਸ ਕਮੇਟੀ ਦੇ ਵੱਲੋਂ 19 ਮਾਰਚ ਨੂੰ ਆਪਣੀ ਸੀਲਬੰਦ ਲਿਫਾਫੇ ਦੇ ਵਿੱਚ ਰਿਪੋਰਟ ਦਾਖਲ ਕਰ ਦਿੱਤੀ ਗਈ ਹੈ ਤੇ ਹੁਣ ਇਹ ਜਾਣਕਾਰੀ ਪ੍ਰਾਪਤ ਹੋਈ ਹੈ ਕਿ 5 ਅਪ੍ਰੈਲ ਨੂੰ ਸੁਪਰੀਮ ਕੋਰਟ ਦੇ ਵੱਲੋਂ ਇਸ ਰਿਪੋਰਟ ਦੇ ਉੱਤੇ ਸੁਣਵਾਈ ਕੀਤੀ ਜਾ ਸਕਦੀ ਹੈ। ਇਸ ਮਸਲੇ ਦੇ ਉੱਤੇ ਸੁਣਵਾਈ ਕੀਤੀ ਜਾ ਸਕਦੀ ਹੈ। ਹੁਣ ਵਕਤ ਦੱਸੂਗਾ ਕਿ ਸੁਪਰੀਮ ਕੋਰਟ ਦੇ ਵੱਲੋਂ ਕੀ ਫੈਸਲਾ ਸੁਣਾਇਆ ਜਾਂਦਾ ਹੈ। ਵਕਤ ਦੱਸੂਗਾ ਇਹ ਮਾਮਲਾ ਹੁਣ ਕਿਸਾਨੀ ਦਾ ਕਿਹੜਾ ਮੋੜ ਕੱਟਦਾ ਹੈ। ਪਰ ਬਹੁਤ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਕੇਂਦਰ ਦੇ ਵੱਲੋਂ ਅੰਦਰ ਖਾਤੇ ਕਿ ਕਿਸਾਨ ਅੰਦੋਲਨ ਨੂੰ ਤਾਰ-ਤਾਰ ਕਰ ਦਿੱਤਾ ਜਾਵੇ। ਕਈ ਕਿਸਾਨ ਆਗੂਆਂ ਨੇ ਗੱਲ ਕਹੀ ਹੈ ਕਿ ਸਾਡੇ ਉੱਤੇ ਬੇਹੱਦ ਦਬਾਅ ਬਣਾਇਆ ਜਾ ਰਿਹਾ। ਕਈ ਕਿਸਾਨ ਆਗੂਆਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ BJP ਦੇ ਵੱਲੋਂ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਖਾਤਰ ਦਿਨ ਰਾਤ ਇੱਕ ਕੀਤਾ ਹੋਇਆ, ਸਾਡੇ ਵਿੱਚ ਫੁੱਟ ਪਾਉਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ। ਕਈ ਮਾਮਲਿਆਂ ਦੇ ਉੱਤੇ ਇੱਕ ਦੂਜੇ ਤੱਕ ਗਲਤ ਜਾਣਕਾਰੀ ਵੀ ਪਹੁੰਚਾਈ ਜਾ ਰਹੀ ਹੈ। ਉਹਨਾਂ ਦੇ ਵੱਲੋਂ ਬਿਆਨ ਇਹੋ ਜਿਹੇ ਦਿੱਤੇ ਜਾ ਰਹੇ ਤਾਂ ਜੋ ਇੱਕ ਕਿਸਾਨ ਆਗੂ ਦੂਜੇ ਦੇ ਉੱਤੇ ਸ਼ੱਕ ਆ ਜਿਹੜਾ ਉਹ ਪੈਦਾ ਹੋਵੇ ਉਹਨੂੰ। ਸੋ ਇਸ ਕਰਕੇ ਅਸੀਂ ਬਹੁਤ ਡਟ ਕੇ ਲੜਨਾ। ਤੇ ਇਹ ਵੀ ਗੱਲ ਕਹੀ ਆ ਕੱਲ ਬਲਵੀਰ ਸਿੰਘ ਰਾਜੇਵਾਲ ਹੋਰਾਂ ਨੇ ਕਿ 3500 ਤੋਂ ਵੱਧ BJP ਦੇ IT ਸੈੱਲ ਦੇ ਵਰਕਰ ਲੱਗੇ ਹੋਏ ਆ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੇ ਲਈ। ਉਹ ਪੋਸਟਾਂ ਇਹੋ ਜਿਹੀਆਂ ਪਾਉਂਦੇ ਆ ਜਿਹਦੇ ਨਾਲ ਇਉਂ ਲੱਗੇ ਆਮ ਬੰਦੇ ਨੂੰ ਕਿ ਇਹ ਤਾਂ ਯਾਰ ਹੁਣ ਸਾਰਾ ਕੁਝ ਖਿਲਾਫ ਹੋਇਆ ਪਿਆ। ਇਉਂ ਲੱਗੇ ਜੀ ਇਹ ਤਾਂ ਇੱਕ ਆਮ ਬੰਦੇ ਦੀ ਪੋਸਟ ਪਾਈ ਹੋਈ ਹੈ। ਹੁਣ ਬੱਚੇ ਦੇ ਵਿੱਚ ਕਿਸਾਨ ਅੰਦੋਲਨ ਦੇ ਪ੍ਰਤੀ ਨਫ਼ਰਤ ਪੈਦਾ ਹੋ ਰਹੀ ਹੈ। ਇਹ ਤਾਂ ਖਤਮ ਹੋ ਗਿਆ, ਇਹ ਤਾਂ ਵਿਕ ਚੁੱਕੇ ਲੋਕ। ਉਹਨਾਂ ਨੇ ਕਿਹਾ ਜੀ ਕਿ ਇਹਨਾਂ ਲੋਕਾਂ ਤੋਂ ਸੁਜੱਗ ਰਹਿਣਾ, ਇਹਨਾਂ ਲੋਕਾਂ ਤੋਂ ਬਚ ਕੇ ਰਹਿਣਾ। ਇਹ ਆਪਣੇ ਵਿੱਚ ਵੰਡੀਆਂ ਪਵਾਉਣਗੇ, ਇਹ ਆਪਣੇ ਵਿੱਚ ਫਿੱਕ ਪਵਾਉਣਗੇ। ਸੋ ਵਕਤ ਦੱਸੂਗਾ ਕਿ ਆਉਂਦੇ ਸਮੇਂ ਦੇ ਵਿੱਚ ਕੇਂਦਰ ਦੀ ਸਰਕਾਰ ਕਦੋਂ ਮੰਨਦੀ ਹੈ। ਪਰ ਜਿਸ ਤਰੀਕੇ ਦੇ ਨਾਲ ਮਲੋਟ ਦੇ ਵਿੱਚ ਤੇ ਪੰਜਾਬ ਦੇ ਹੋਰ ਹਿੱਸਿਆਂ ਦੇ ਵਿੱਚ ਵਿਰੋਧ ਕੀਤਾ ਜਾ ਰਿਹਾ BJP ਦੇ ਆਗੂਆਂ ਦਾ, ਇਸ ਦੇ ਬਾਵਜੂਦ ਕੇਂਦਰ ਦੀ ਸਰਕਾਰ ਹਾਲੇ ਤੱਕ ਮੰਨ ਕੇ ਰਾਜ਼ੀ ਨਹੀਂ। ਕੱਲ ਹਰਜੀਤ ਸਿੰਘ ਗਰੇਵਾਲ ਨੇ ਇੱਕ TV ਚੈਨਲ ਦੇ ਉੱਤੇ ਮੁਲਾਕਾਤ ਕੀਤੀ ਆ। ਉਹ ਕਹਿੰਦੇ ਕਿਹੜਾ ਵਿਰੋਧ, ਮੇਰਾ ਕੋਈ ਵਿਰੋਧ ਨਹੀਂਗਾ। ਮੈਂ ਤਾਂ ਲੁਧਿਆਣੇ ਹੁਣ ਵੀ ਜਾ ਕੇ ਆਇਆ, ਮੈਂ ਕੱਲ ਨੂੰ ਫੇਰ ਜਾਊਂਗਾ। ਮੈਂ ਪੰਜਾਬ ਦੇ ਵਿੱਚ ਖੁੱਲ੍ਹੇਆਮ ਸ਼ਰੇਆਮ ਵਿਚਰਦਾ, ਮੈਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆ। ਉਹਨਾਂ ਨੇ ਕਿਹਾ ਜੀ ਕਿ ਕੁਝ ਕੁ ਗੁੰਡੇ ਆ, ਕੁਝ ਕੁ ਬਦਮਾਸ਼ ਆ ਜਿਨ੍ਹਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ। ਸੂਬੇ ਦੀ ਸਰਕਾਰ ਵੀ ਉਹਨਾਂ ਦੇ ਨਾਲ ਮਿਲੀ ਹੋਈ ਹੈ ਤੇ ਇਹ ਤਾਂ ਕਿਸਾਨੀ ਦੇ ਨਾਂ ਦੇ ਉੱਤੇ ਬਦਮਾਸ਼ੀਆਂ ਕਰਨ ਵਾਲੇ ਲੋਕਾਂ ਦਾ ਇੱਕ ਟੋਲਾ। ਹੁਣ ਮੇਰੇ ਮਨ ਦੇ ਵਿੱਚ ਸਵਾਲ ਇਹ ਆ ਰਹੇ ਆ ਵੀ ਜੇਕਰ ਅਰੁਣ ਨਰੰਗ ਜਿਹੜੇ ਕਿ BJP ਦੇ ਵਿਧਾਇਕ ਆ ਜਿਨ੍ਹਾਂ ਦੇ ਉੱਤੇ ਜਾਨਲੇਵਾ ਹਮਲਾ ਹੋਇਆ, ਕੁੱਟਮਾਰ ਹੋਈ ਆ, ਮਾੜੀ ਗੱਲ ਹੋਈ ਆ, ਜੇਕਰ ਉਹਨਾਂ ਨੂੰ ਕੁੱਟਣ ਵਾਲੇ ਗੁੰਡੇ ਆ ਇਹ ਕਾਂਗਰਸ ਦੇ ਭੇਜੇ ਜਾਂ ਕਿਸੇ ਹੋਰ ਪਾਰਟੀ ਦੇ ਭੇਜੇ ਆ, ਜੇਕਰ ਤੁਸੀਂ ਮੰਨਦੇ ਹੋ ਕਿ ਇਹ ਕਿਸਾਨ ਨਹੀਂ ਤਾਂ ਫਿਰ ਕਿਸਾਨਾਂ ਦੇ ਉੱਤੇ ਪਰਚੇ ਕਿਹੜੀ ਗੱਲੋਂ ਦਰਜ ਕੀਤੇ ਗਏ ਆ। ਸੋ ਆਉਂਦੇ ਸਮੇਂ ਦੇ ਵਿੱਚ ਪੰਜਾਬ ਦੀ ਰਾਜਨੀਤੀ, ਹਰਿਆਣੇ ਦੀ ਰਾਜਨੀਤੀ ਕੀ ਮੋੜ ਕੱਟਦੀ ਹੈ ਵਕਤ ਬਿਆਨ ਕਰੂਗਾ। ਪਰ ਕੇਂਦਰ ਦੀ ਸਰਕਾਰ ਹਾਲੇ ਤੱਕ ਟਸ ਤੋਂ ਮਸ ਨਹੀਂ ਹੋਈ ਤੇ ਕਿਸਾਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਆ ਵੀ ਜੇਕਰ ਉਹ ਨਹੀਂ ਮੰਨਦੇ ਤਾਂ ਉਹਨਾਂ ਦੀ ਗੱਲ ਮੰਨ ਕੇ ਅਸੀਂ ਵੀ ਘਰਾਂ ਨੂੰ ਪਰਤਣ ਵਾਲੇ ਨਹੀਂ। ਸੋ ਆਉਂਦੇ ਸਮੇਂ ਦੇ ਵਿੱਚ ਸੰਸਦ ਨੂੰ ਘੇਰਨ ਤੋਂ ਇਲਾਵਾ ਹੋਰ ਬਹੁਤ ਸਾਰੇ ਪ੍ਰੋਗਰਾਮ ਉਲੀਕਣ ਦੀ ਗੱਲ ਕਹੀ ਗਈ ਹੈ। ਪੱਛਮੀ ਬੰਗਾਲ ਦੇ ਵਿੱਚ ਅੱਜ ਦੂਜੇ ਗੇੜ ਦੀਆਂ ਵੋਟਾਂ ਪੈਣੀਆਂ 30 ਸੀਟਾਂ ਦੇ ਲਈ।
ਪੱਛਮੀ ਬੰਗਾਲ ਦੇ ਵਿੱਚ ਸਿਰ ਧੜ ਦੀ ਬਾਜ਼ੀ ਵੀ ਲੱਗੀ ਹੋਈ ਹੈ। ਮਮਤਾ ਬੈਨਰਜੀ ਦੀ ਸਰਕਾਰ 10 ਵਰ੍ਹਿਆਂ ਤੋਂ ਚੱਲ ਰਹੀ ਹੈ। ਉਹਨਾਂ ਦੀ ਇੱਛਾ ਇਹ ਹੈ ਕਿ ਇਹ 15 ਵਰ੍ਹੇ ਹੋ ਜਾਣ। ਬੀਜੇਪੀ ਦੀ ਇੱਛਾ ਇਹ ਹੈ ਕਿ ਹੁਣ ਸਾਡੇ ਹੱਥ ਦੇ ਵਿੱਚ ਬਾਜ਼ੀ ਆ ਜੇ ਤੇ ਅਸੀਂ ਸੁਪੜਾ ਸਾਫ਼ ਕਰ ਦਈਏ, ਤੇ ਉਹ ਕਹਿੰਦੇ ਆ ਕਿ ਅਸੀਂ ਕਰ ਹੀ ਦਿੱਤਾ। ਪਿਛਲੇ ਦਿਨੀ ਅਮਿਤ ਸ਼ਾਹ ਹੋਰਾਂ ਨੇ ਇੱਕ ਅਵੱਲਾ ਬਿਆਨ ਦਿੱਤਾ ਸੀ, ਕਿਉਂਕਿ ਪਹਿਲੇ ਗੇੜ ਦੀਆਂ ਚੋਣਾਂ ਦੇ ਵਿੱਚ ਵੀ 30 ਸੀਟਾਂ ਦੇ ਲਈ ਪੱਛਮੀ ਬੰਗਾਲ 'ਚ ਵੋਟਾਂ ਪਈਆਂ। ਉਦੋਂ ਅਮਿਤ ਸ਼ਾਹ ਹੋਰੀ ਕਹਿੰਦੇ ਜੀ ਕਿ ਇਹਨਾਂ 30 ਸੀਟਾਂ ਦੇ ਵਿੱਚੋਂ 26 ਸੀਟਾਂ ਸਾਡੇ ਖਾਤੇ 'ਚ ਆ ਗਈਆਂ, ਜਾਣੀ ਕਿ ਬੀਜੇਪੀ ਨੇ ਜਿੱਤ ਲਈਆਂ। ਪਰ ਇਹਦੇ 'ਤੇ ਮਮਤਾ ਬੈਨਰਜੀ ਨੇ ਕਿਹਾ ਸੀ ਵੀ ਜੇਕਰ ਸੁਪਨੇ 'ਚ ਹੀ ਖਾਣੇ ਆ ਫਿਰ ਆਪਾਂ ਮੂੰਗਫਲੀ ਕਿਉਂ ਖਾਂਦੇ, ਫਿਰ ਆਪਾਂ ਬਦਾਮ ਹੀ ਖਾਈਏ। ਆਪਾਂ 26 ਕਿਉਂ, ਤੁਸੀਂ ਕਹੋ ਜੀ ਅਸੀਂ 30 ਸੀਟਾਂ ਜਿੱਤ ਗਏ ਤੇ ਫਿਰ ਸਾਨੂੰ ਕਹਿ ਦਿਓ ਜੀ ਕਿ ਤੁਸੀਂ ਘਰਾਂ ਨੂੰ ਜਾਓ, ਅਸੀਂ ਕਿਹੜਾ ਮੈਦਾਨ ਦੇ ਵਿੱਚ ਆ। ਉਹਨਾਂ ਨੇ ਇਹ ਗੱਲ ਕਹੀ ਸੀ ਕਿ 2 ਮਈ ਨੂੰ ਨਤੀਜੇ ਦੇਖੇ ਬੀਜੇਪੀ, ਫਿਰ ਪਤਾ ਲੱਗੂਗਾ ਵੀ ਕੌਣ ਕਿੰਨੇ ਪਾਣੀ ਦੇ ਵਿੱਚ ਸੀ। ਅੱਜ ਜਿਹੜੀਆਂ 30 ਸੀਟਾਂ ਦੇ ਲਈ ਵੋਟਾਂ ਪੈ ਰਹੀਆਂ ਇਸ ਵੇਲੇ, ਇਹਦੇ ਬਾਬਤ ਵੀ ਕਈ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ, ਕਿਉਂਕਿ ਅੱਜ 9 ਹਾਈ ਪ੍ਰੋਫਾਈਲ ਸੀਟਾਂ ਦੇ ਉੱਤੇ ਵੀ ਅੱਜ ਮੁਕਾਬਲਾ ਹੋ ਰਿਹਾ। ਉਹਦਾ ਕਾਰਨ ਇਹ ਹੈਗਾ ਵੀ ਨੰਦੀਗ੍ਰਾਮ ਦੀ ਸੀਟ ਆ ਜਿਹੜੀ, ਉਹਦੇ ਉੱਤੇ ਸਭ ਦਾ ਧਿਆਨ ਟਿਕਿਆ। ਕਿਸੇ ਵੇਲੇ ਮਮਤਾ ਬੈਨਰਜੀ ਦੇ ਖਾਸਮ ਖਾਸ ਲੋਕਾਂ ਦੇ ਵਿੱਚੋਂ ਸ਼ੁਭੇਂਦਰੂ ਅਧਿਕਾਰੀ ਬੀਜੇਪੀ ਦੇ ਵਿੱਚ ਛੜੱਪਾ ਮਾਰ ਕੇ ਆ ਗਏ। ਉਹ ਇਸ ਵਕਤ ਨੰਦੀਗ੍ਰਾਮ ਤੋਂ ਬੀਜੇਪੀ ਦੇ ਉਮੀਦਵਾਰ ਆ ਤੇ ਮਮਤਾ ਬੈਨਰਜੀ ਦੇ ਨਾਲ ਉਹਨਾਂ ਦਾ ਮੁਕਾਬਲਾ। ਹੁਣ ਸ਼ੁਭੇਂਦਰੂ ਅਧਿਕਾਰੀ, ਉਹਨਾਂ ਦਾ ਪੂਰਾ ਟੱਬਰ, ਬੀਜੇਪੀ ਦੇ ਬਾਕੀ ਵੱਖ-ਵੱਖ ਆਗੂ ਇਹ ਗੱਲ ਕਹਿੰਦੇ ਆ ਵੀ ਬਹੁਤ ਕਮਾਲ ਹੋਊਗੀ, ਐਤਕੀ ਤਾਂ ਮਮਤਾ ਬੈਨਰਜੀ ਗਈ ਕਿ ਗਈ, ਦੀਦੀ ਤੋਂ ਖਤਮ। ਪਰ ਅਸਲ ਦੇ ਵਿੱਚ ਗੱਲ ਇਹ ਆ ਵੀ ਜਿਹੜੇ ਅਸੀਂ ਉੱਥੋਂ ਆਪਣੇ ਸੂਤਰਾਂ ਦੇ ਰਾਹੀਂ ਜਾਣਕਾਰੀ ਇਕੱਤਰ ਕੀਤੀ ਹੈ, ਉਹ ਕਹਿੰਦੇ ਵੀ ਬਾਕੀ ਤਾਂ ਸਭ ਕੁਝ ਭਾਵੇਂ ਸਹੀ ਹੋਵੇ ਭਾਵੇਂ ਗਲਤ ਹੋਵੇ, ਪਰ ਇੱਕ ਗੱਲ ਬਹੁਤ ਗਲਤ ਆ ਵੀ ਇੱਥੇ ਸ਼ੁਭੇਂਦਰੂ ਅਧਿਕਾਰੀ ਦਾ ਪੈਰ ਪੱਕੇ ਆ, ਉਹਨੇ ਕਮਾਲ ਕਰ ਦੇਣੀ ਆ, ਸਾਨੂੰ ਇਹ ਨਹੀਂ ਪ੍ਰਤੀਤ ਹੁੰਦਾ। ਉਹ ਕਹਿੰਦੇ ਵੀ ਅਸਲ ਦੇ ਵਿੱਚ ਗੱਲ ਇਹ ਹੈ ਵੀ ਜਿਹੜਾ ਬੀਜੇਪੀ ਦਾ ਪੁਰਾਣਾ ਕਾਡਰ ਹੈ, ਜਿਹੜੇ ਬੀਜੇਪੀ ਦੇ ਇੱਥੇ ਦਾਅਵੇਦਾਰ ਸੀ ਟਿਕਟ ਦੇ, ਜਦੋਂ ਉਹਨਾਂ ਦੀ ਥਾਂ ਦੇ ਉੱਤੇ ਅਚਾਨਕ ਤ੍ਰਿਣਮੂਲ ਕਾਂਗਰਸ ਦੇ ਵਿੱਚੋਂ ਜਾਂ ਹੋਰ ਪਾਰਟੀਆਂ ਦੇ ਵਿੱਚੋਂ ਆਏ ਹੋਏ ਲੋਕਾਂ ਨੂੰ ਟਿਕਟ ਮਿਲ ਗਈ, ਤਾਂ ਹੁਣ ਜੜ੍ਹਾਂ ਵੱਢਣ ਦਾ ਕੰਮ ਉਹਨਾਂ ਨੇ ਕਰ ਦੇਣਾ ਜਿਹੜੇ ਕਿ ਦਾਅਵੇਦਾਰ ਸੀ। ਇਸ ਕਰਕੇ ਪੱਛਮੀ ਬੰਗਾਲ ਦੇ ਵਿੱਚ ਉਹਨਾਂ ਦੇ ਕਹਿਣ ਦੇ ਮੁਤਾਬਕ ਮਮਤਾ ਬੈਨਰਜੀ ਨੂੰ ਕੋਈ ਬਹੁਤਾ ਖਤਰਾ ਨਹੀਂ। ਹਾਲਾਂਕਿ ਵਕਤ ਬਿਆਨ ਕਰੂਗਾ ਵੀ ਖਤਰਾ ਕਿਹੋ ਜਿਹਾ ਪੈਦਾ ਹੁੰਦਾ, ਕਿਹੋ ਜਿਹਾ ਨਹੀਂ ਹੁੰਦਾ। ਪਰ ਲੰਘੇ ਕੱਲ੍ਹ ਮਮਤਾ ਬੈਨਰਜੀ ਦੇ ਵੱਲੋਂ ਵੱਖ-ਵੱਖ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਇੱਕ ਮਹੱਤਵਪੂਰਨ ਚਿੱਠੀ ਲਿਖੀ ਗਈ ਹੈ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੱਖ-ਵੱਖ ਸੂਬਿਆਂ ਦੇ ਰਾਜਨੀਤਿਕ ਆਗੂਆਂ ਨੂੰ ਇੱਕ ਮਹੱਤਵਪੂਰਨ ਚਿੱਠੀ ਲਿਖੀ ਹੈ। ਇਸ ਚਿੱਠੀ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਸ ਵਕਤ ਸਿਰ ਤੋਂ ਪਾਣੀ ਲੰਘ ਰਿਹਾ, ਤੇ ਜੇਕਰ ਅਸੀਂ ਇਸ ਵਕਤ ਵੀ ਨਾ ਜਾਗੇ, ਇਸ ਵਕਤ ਵੀ ਇੱਕ ਨਾ ਹੋਏ, ਤਾਂ ਆਉਂਦੇ ਸਮੇਂ ਦੇ ਵਿੱਚ ਬਹੁਤ ਵੱਡਾ ਨੁਕਸਾਨ ਦੇਸ਼ ਦਾ ਤੇ ਬਾਕੀ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦਾ ਹੋਵੇਗਾ। ਉਹਨਾਂ ਨੇ ਜੋ ਚਿੱਠੀ ਲਿਖੀ ਹੈ ਇਹਦੇ ਵਿੱਚ ਇਹ ਗੱਲ ਕਹੀ ਹੈ ਕਿ ਜਿਸ ਤਰੀਕੇ ਦੇ ਨਾਲ ਕੇਂਦਰ ਦੀ ਸਰਕਾਰ ਦੇ ਵੱਲੋਂ ਦਿੱਲੀ ਦੀ ਚੁਣੀ ਹੋਈ ਸਰਕਾਰ ਦੀਆਂ ਸ਼ਕਤੀਆਂ ਘਟਾ ਕੇ ਉਪ ਰਾਜਪਾਲ ਦੇ ਹੱਥ ਦੇ ਵਿੱਚ ਫੜਾਈਆਂ ਗਈਆਂ ਨੇ, ਆਉਂਦੇ ਸਮੇਂ ਦੇ ਵਿੱਚ ਹੋਰ ਸੂਬਿਆਂ ਦੀ ਵਾਰੀ ਵੀ ਆ ਸਕਦੀ ਹੈ। ਉਹਨਾਂ ਨੇ ਇਹ ਚਿੱਠੀ ਕਾਂਗਰਸ ਨੂੰ, ਯਾਨੀ ਕਿ ਸੋਨੀਆ ਗਾਂਧੀ, NCP ਦੇ ਸ਼ਰਦ ਪਵਾਰ ਨੂੰ, DMK ਦੇ MK ਸਟਾਲਿਨ ਨੂੰ, RJD ਦੇ ਤੇਜਸਵੀ ਯਾਦਵ ਨੂੰ, ਸ਼ਿਵ ਸੈਨਾ ਦੇ ਉਧਵ ਠਾਕਰੇ ਨੂੰ, ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਨੂੰ ਤੇ BJD ਦੇ ਨਵੀਨ ਪਟਨਾਇਕ ਤੇ YSR ਕਾਂਗਰਸ ਦੇ ਜਗਨ ਮੋਹਨ ਰੈਡੀ ਨੂੰ ਲਿਖੀ ਹੈ। ਇਸ ਚਿੱਠੀ ਦੇ ਵਿੱਚ ਉਹਨਾਂ ਨੇ ਗੱਲ ਕਹੀ ਹੈ ਕਿ ਮੈਂ ਇਸ ਗੱਲ ਨੂੰ ਲੈ ਕੇ ਚਿੰਤਤ ਹਾਂ ਕਿ BJP ਦੀ ਕੇਂਦਰ ਸਰਕਾਰ ਲੋਕਤੰਤਰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਮਮਤਾ ਨੇ ਚਿੱਠੀ ਦੇ ਵਿੱਚ ਇਹ ਗੱਲ ਕਹੀ ਹੈ ਕਿ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ 2 ਵਾਰ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ ਨੂੰ ਹਰਾਇਆ। ਜਦ BJP ਲੋਕਤੰਤਰਿਕ ਤਰੀਕੇ ਦੇ ਨਾਲ ਜਿੱਤ ਨਹੀਂ ਸਕੀ ਤਾਂ ਉਹਨੇ ਉਪ ਰਾਜਪਾਲ ਦੇ ਜ਼ਰੀਏ ਸ਼ਾਸਨ ਕਰਨ ਦਾ ਤਰੀਕਾ ਲੱਭ ਲਿਆ। ਮਮਤਾ ਬੈਨਰਜੀ ਨੇ ਇਹ ਵੀ ਗੱਲ ਕਹੀ ਹੈ ਕਿ ਆਉਂਦੇ ਸਮੇਂ ਦੇ ਵਿੱਚ ਜੇਕਰ ਆਪਾਂ ਸਾਰੇ ਇਕੱਠੇ ਨਾ ਹੋਏ ਤਾਂ ਲੋਕਤੰਤਰ ਖਤਮ ਹੀ ਸਮਝਿਆ ਜਾਵੇ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਜਿਸ ਤਰੀਕੇ ਦੇ ਨਾਲ ਮਮਤਾ ਬੈਨਰਜੀ ਦੇ ਵੱਲੋਂ ਚਿੱਠੀ ਲਿਖੀ ਗਈ ਹੈ, ਇਹਨੂੰ ਸਮੇਂ ਦੀ ਲੋੜ ਮੰਨਿਆ ਜਾ ਰਿਹਾ ਵੱਖ-ਵੱਖ ਰਾਜਨੀਤਿਕ ਲੋਕਾਂ ਦੇ ਵੱਲੋਂ। ਅਸੀਂ ਇਹ ਨਹੀਂ ਗੱਲ ਕਹਿੰਦੇ ਜੀ ਕਿ ਇਹ ਚਿੱਠੀ 100% ਸਹੀ ਹੈ, ਇਹ ਰਾਜਨੀਤੀ ਤੋਂ ਪ੍ਰੇਰਿਤ ਨਹੀਂ ਹੈ, ਇਹ ਚੋਣਾਂ ਨੂੰ ਮੁੱਖ ਰੱਖ ਕੇ ਨਹੀਂ ਹੈ। ਪਰ ਜੋ ਕੁਝ ਲੋਕ ਕਹਿੰਦੇ ਆ ਤੇ ਕੁਝ ਰਾਜਨੀਤਿਕ ਮਾਹਰ ਕਹਿੰਦੇ ਆ, ਉਹਨਾਂ ਦੇ ਮੁਤਾਬਕ ਦੇਸ਼ ਦੇ ਵਿੱਚ ਜੋ ਕੁਝ ਇਸ ਵਕਤ ਚੱਲ ਰਿਹਾ ਇਹਦੀ ਆਸ ਨਹੀਂ ਸੀ। ਇੱਕ ਧਰਮ ਵਿਸ਼ੇਸ਼ ਦੇ ਚੱਕਰ ਦੇ ਵਿੱਚ ਘੱਟ ਗਿਣਤੀਆਂ ਤੇ ਹਮਲੇ ਹੋਣੇ, ਇੱਕ ਧਰਮ ਵਿਸ਼ੇਸ਼ ਦੀ ਆੜ ਦੇ ਵਿੱਚ ਜੋ ਕੁਝ ਦੇਸ਼ ਦੇ ਅੰਦਰ ਬਦਲਾਅ ਕੀਤਾ ਜਾ ਰਿਹਾ, ਵੱਖ-ਵੱਖ ਇਮਾਰਤਾਂ ਦੇ ਨਾਂ ਬਦਲੇ ਜਾਣੇ, ਕਦੇ ਇਹ ਗੱਲ ਕਹਿਣੀ ਜੀ ਕਿ ਅਸੀਂ ਆਹ ਕਾਨੂੰਨ ਪਾਸ ਕਰਤਾ, ਕਦੇ ਉਹ ਕਾਨੂੰਨ ਪਾਸ ਕਰਤਾ, GDP ਦਾ ਲਗਾਤਾਰ ਥੱਲੇ ਜਾਣਾ ਤੇ ਹੋਰ ਬਹੁਤ ਸਾਰੇ ਮਸਲੇ ਆ ਜਿਹਦੇ ਕਰਕੇ ਦੇਸ਼ ਦੇ ਵਿੱਚ ਲੋਕਤੰਤਰ ਨੂੰ ਖਤਰਾ ਹੋਇਆ ਭਾਸਦਾ। ਇਸ ਕਰਕੇ ਇਹ ਗੱਲ ਮੰਗੀ ਜਾ ਰਹੀ ਹੈ, ਇਸ ਗੱਲ ਦੀ ਮੰਗ ਕੀਤੀ ਜਾ ਰਹੀ ਹੈ ਵੀ ਕਾਂਗਰਸ ਜਾਂ ਬਾਕੀ ਜਿਹੜੀਆਂ ਵਿਰੋਧੀ ਪਾਰਟੀਆਂ ਜਿਨ੍ਹਾਂ ਨੂੰ ਇਹ ਜਾਪਦਾ ਵੀ ਅਸੀਂ ਖੇਡ ਤਾਂ ਖਰਾਬ ਕਰ ਸਕਦੇ ਹਾਂ ਪਰ ਸਾਡੀ ਝੋਲੀ ਦੇ ਵਿੱਚ ਜਿੱਤ ਨਹੀਂ ਪੈਣੀ, ਉਹਨਾਂ ਨੂੰ ਇਸ ਵਕਤ ਜਾਂ ਤਾਂ ਕਿਸੇ ਨੂੰ ਸਮਰਥਨ ਦੇ ਦੇਣਾ ਚਾਹੀਦਾ ਤੇ ਜਾਂ ਆਪਣੇ ਪੈਰ ਆ ਜਿਹੜੇ ਉਹ ਪੱਕੇ ਤੌਰ ਦੇ ਉੱਤੇ ਪਿਛਾਂਹ ਖਿੱਚ ਕੇ ਤੇ ਗੱਲ ਕਹਿਣੀ ਚਾਹੀਦੀ ਵੀ ਅਸੀਂ ਮੈਦਾਨ ਦੇ ਵਿੱਚ ਹੈ ਨਹੀਂਗੇ। ਕਿਉਂਕਿ ਜੇਕਰ ਇਸ ਵਕਤ ਕਾਂਗਰਸ ਸਰਗਰਮੀ ਦੇ ਨਾਲ ਪੱਛਮੀ ਬੰਗਾਲ 'ਚ ਚੋਣਾਂ ਲੜਦੀ ਵੀ ਹੈ ਤਾਂ ਵੀ ਆਪਾਂ ਜਾਣਦੇ ਉਹਨੇ ਕਿਹੜਾ ਜਿੱਤਣਾ। ਲੋਕ ਇਹ ਗੱਲ ਕਹਿੰਦੇ ਆ, ਹਾਲਾਂਕਿ ਰਾਜਨੀਤੀ ਦੇ ਵਿੱਚ ਹੋ ਬਹੁਤ ਕੁਝ ਜਾਂਦਾ ਹੈ ਪਰ ਏਡੇ ਵੱਡੇ ਚਮਤਕਾਰ ਦੀ ਲੋਕ ਆਸ ਨਹੀਂ ਕਰਦੇਗੇ ਵੀ ਕਾਂਗਰਸ ਦੇ ਵੱਲੋਂ ਕੋਈ ਬਹੁਤ ਕਮਾਲ ਦੀ ਬਾਜ਼ੀ ਮਾਰੀ ਜਾਵੇ। ਪਰ ਪੱਛਮੀ ਬੰਗਾਲ ਦੇ ਵਿੱਚ
ਤ੍ਰਿਣਮੂਲ ਕਾਂਗਰਸ ਤੇ ਭਾਜਪਾ ਦਾ ਹੀ ਮੁੱਖ ਮੁਕਾਬਲਾ। ਬਾਕੀ ਪਾਰਟੀਆਂ ਨੂੰ ਪੱਛਮੀ ਬੰਗਾਲ ਦੇ ਵਿੱਚ ਮਮਤਾ ਬੈਨਰਜੀ ਦੀ ਪਾਰਟੀ ਦਾ ਸਾਥ ਦੇਣਾ ਚਾਹੀਦਾ। ਕਈ ਲੋਕ ਇਹ ਗੱਲ ਕਹਿੰਦੇ ਆ। ਸੋ ਜੇ ਕਿਸਾਨੀ ਦੀ ਗੱਲ ਕਰਦੇ ਆ, ਕਿਸਾਨਾਂ ਨੇ ਉੱਥੇ ਬਹੁਤ ਵੱਡੇ ਪੱਧਰ ਦੇ ਉੱਤੇ ਪ੍ਰਚਾਰ ਕੀਤਾ, ਪਰ ਲਗਾਤਾਰ ਬਲਵੀਰ ਸਿੰਘ ਰਾਜੇਵਾਲ ਤੇ ਹੋਰ ਕਿਸਾਨ ਆਗੂ ਇਹ ਗੱਲ ਕਹਿੰਦੇ ਆ ਵੀ ਜੇ ਤਾਂ ਪੱਛਮੀ ਬੰਗਾਲ ਦੇ ਵਿੱਚ EVM ਦਾ ਜਲਵਾ ਚੱਲ ਗਿਆ ਫਿਰ ਤਾਂ BJP ਨੂੰ ਹਰਾ ਕੋਈ ਨਹੀਂ ਸਕਦਾ, ਪਰ ਜੇਕਰ ਨਿਰਪੱਖ ਤੌਰ ਦੇ ਉੱਤੇ ਚੋਣਾਂ ਹੋਈਆਂ ਤਾਂ ਫਿਰ BJP ਨੂੰ ਜਿਤਾ ਕੋਈ ਨਹੀਂ ਸਕਦਾ। ਇਸ ਕਰਕੇ ਉਹਨਾਂ ਨੇ ਕਿਹਾ ਜੀ ਕਿ ਗੜਬੜੀਆਂ ਦਾ ਬਹੁਤ ਵੱਡਾ ਖਦਸ਼ਾ ਹੈਗਾ। ਹੁਣ ਇਹ ਗੜਬੜੀਆਂ ਹੋਣੀਆਂ ਜਾਂ ਨਹੀਂ ਹੋਣੀਆਂ ਇਹਦੇ ਬਾਰੇ ਕੁਝ ਕਹਿ ਨਹੀਂ ਸਕਦੇ, ਪਰ ਗੱਲ ਇਹ ਹੈ ਵੀ ਜਿਵੇਂ ਪੱਛਮੀ ਬੰਗਾਲ ਦੇ ਵਿੱਚ ਅੱਜ ਦੇ ਗੇੜ ਦੇ ਵਿੱਚ ਮਮਤਾ ਬੈਨਰਜੀ ਤੇ ਸ਼ੁਭੇਂਦਰੂ ਅਧਿਕਾਰੀ ਦਾ ਬਹੁਤ ਵੱਡਾ ਮੁਕਾਬਲਾ, ਉਹਦੇ ਕਰਕੇ ਮਮਤਾ ਬੈਨਰਜੀ 4 ਦਿਨ ਤੋਂ ਲਗਾਤਾਰ ਨੰਦੀਗ੍ਰਾਮ ਦੇ ਵਿੱਚ ਹੀ ਹੈ। ਸਾਰਾ ਅਧਿਕਾਰੀ ਪਰਿਵਾਰ ਆ ਜਿਹੜਾ ਉਹ ਮਮਤਾ ਬੈਨਰਜੀ ਦੇ ਖਿਲਾਫ ਲੱਗਾ ਹੋਇਆ। ਵਕਤ ਦੱਸੂਗਾ ਕੌਣ ਕੀ ਬਣਾਉਂਦਾ, ਕੌਣ ਕੀ ਨਹੀਂ ਬਣਾਉਂਦਾ, ਪਰ ਇਸ ਵਕਤ ਸਾਰੀ ਦੁਨੀਆ ਦੇ ਵਿੱਚ ਵਸਦੇ ਲੋਕਾਂ ਦੀਆਂ ਨਜ਼ਰਾਂ ਜਿਹੜੇ ਕਿ ਭਾਰਤ ਦੀ ਰਾਜਨੀਤੀ ਵਿੱਚ ਦਿਲਚਸਪੀ ਰੱਖਦੇ ਆ, ਉਹ ਪੱਛਮੀ ਬੰਗਾਲ ਦੇ ਵੱਲ ਧਿਆਨ ਟਿਕਾਈ ਬੈਠੇ ਆ। 90% ਲੋਕਾਂ ਦਾ ਧਿਆਨ ਆ ਜਿਹੜਾ ਉਹ ਇਸ ਵਕਤ ਪੱਛਮੀ ਬੰਗਾਲ ਦੇ ਵੱਲ ਹੈ, ਜਿਹੜੇ ਰਾਜਨੀਤਿਕ ਮਸ ਰੱਖਦੇ ਆ, ਤੇ 10% ਲੋਕਾਂ ਨੂੰ ਇਸ ਗੱਲ ਦਾ ਖਿਆਲ ਆ ਵੀ ਤਾਮਿਲਨਾਡੂ 'ਚ ਕੀ ਹੋਣਾ, ਕੇਰਲਾ 'ਚ ਕੀ ਹੋਣਾ, ਪੁਡੂਚੇਰੀ 'ਚ ਕੀ ਹੋਣਾ। ਪਰ ਇੱਕ ਗੱਲ ਹੋਰ ਦੱਸਣੀ ਬਣਦੀ ਹੈ ਵੀ ਲੰਘੇ ਕੱਲ੍ਹ ਮਦਰਾਸ ਹਾਈ ਕੋਰਟ ਦੇ ਵੱਲੋਂ ਬੜੀ ਤਿੱਖੀ ਝਾੜ ਪਾਈ ਗਈ ਹੈ ਉੱਥੋਂ ਦੀ ਸਰਕਾਰ ਨੂੰ, ਉੱਥੋਂ ਦੀਆਂ ਬਾਕੀ ਪਾਰਟੀਆਂ ਨੂੰ। ਇਹ ਗੱਲ ਕਹੀ ਗਈ ਹੈ ਵੀ ਤੁਸੀਂ ਕੋਈ ਕਹਿ ਦਿੰਦੇ ਆ ਵਾਸ਼ਿੰਗ ਮਸ਼ੀਨ ਲੈ ਕੇ ਦੇਵਾਂਗੇ, ਵਾਅਦੇ ਦੇ ਵਿੱਚ ਅਸੀਂ ਸ਼ਾਮਲ ਕਰ ਲਈ, ਕੋਈ ਕਹਿੰਦਾ ਮਿਕਸੀ ਲੈ ਕੇ ਦੇਵਾਂਗੇ, ਕੋਈ ਕਹਿੰਦਾ ਟੈਲੀਵਿਜ਼ਨ ਲੈ ਕੇ ਦੇਵਾਂਗੇ। ਤੁਹਾਨੂੰ ਇਹੋ ਜਿਹੇ ਲੋਲੀਪੌਪ ਨਹੀਂ ਦੇਣੇ ਚਾਹੀਦੇ। ਤੁਸੀਂ ਚੋਣ ਮੈਨੀਫੈਸਟੋ ਦੇ ਵਿੱਚ ਵਾਅਦਾ ਕਰੋ ਕਿ ਮੁੱਢਲੀਆਂ ਸਹੂਲਤਾਂ ਅਸੀਂ ਕਿਵੇਂ ਦੇਣੀਆਂ, ਲੋਕਾਂ ਨੂੰ ਇਹੋ ਜਿਹੇ ਲਾਲਚ ਦੇਣੇ ਬੰਦ ਕਰੋ, ਲੋਕਾਂ ਨੂੰ ਮੁਫਤਖੋਰੇ ਬਣਾਉਣੇ ਬੰਦ ਕਰੋ। ਦੋ ਮਹੱਤਵਪੂਰਨ ਗੱਲਾਂ ਪੰਜਾਬ ਦੀ ਰਾਜਨੀਤੀ ਨਾਲ ਸੰਬੰਧਿਤ ਸਾਂਝੀਆਂ ਕਰਨੀਆਂ ਬਣਦੀਆਂ। ਇੱਕ ਤਾਂ ਜਾਣਕਾਰੀ ਇਹ ਹੈ ਕਿ ਬੀਬੀ ਜਗੀਰ ਕੌਰ ਨੇ ਕਿਹਾ ਕਿ ਜਿਹੜੀ ਸੰਗਤ, ਜਿਹੜੇ ਸ਼ਰਧਾਲੂ ਦਰਬਾਰ ਸਾਹਿਬ ਨੂੰ ਮਾਇਆ ਦਿੰਦੇ ਆ, ਭੇਟਾ ਦਿੰਦੇ ਆ, ਦਾਨ ਦਿੰਦੇ ਆ, ਉਹ ਜਿਹੜੀ ਰਕਮ ਆ ਉਹ ਹੁਣ ਇਨਕਮ ਟੈਕਸ ਦੀ ਛੋਟ ਵਾਲੀ ਹੋਊਗੀ, ਕਿਉਂਕਿ ਆਮਦਨ ਕਰ ਵਿਭਾਗ ਦੇ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਵੀ ਜਿਹੜਾ ਵੀ ਇੱਥੇ ਪੈਸਾ ਚੜੂਗਾ, ਜਿਹੜਾ ਵੀ ਇੱਥੇ ਦਾਨ ਆਊਗਾ, ਦਾਨ ਦੇ ਉੱਤੇ ਇਨਕਮ ਟੈਕਸ ਨਹੀਂ ਲੱਗੂਗਾ, ਦਾਨ ਦੇ ਵਿੱਚ ਰਿਬੇਟ ਮਿਲੂਗੀ ਜਿਹੜੀ ਵੀ ਰਕਮ ਇੱਥੇ ਦਾਨ ਕੀਤੀ ਜਾਂਦੀ ਹੈ। ਉਸ ਤੋਂ ਅਗਲੀ ਗੱਲ ਇਹ ਹੈ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਵਾਸਤੇ ਸਿਰ ਧੜ ਦੀ ਬਾਜ਼ੀ ਲੱਗੀ ਹੋਈ ਹੈ। ਵੱਖ-ਵੱਖ ਪਾਰਟੀਆਂ ਹੁਣ ਮੈਦਾਨ ਦੇ ਵਿੱਚ ਹੈ। ਪਿਛਲੇ ਦਿਨੀ ਇਸ ਗੱਲ ਦਾ ਐਲਾਨ ਹੋ ਗਿਆ ਸੀ ਕਿ 6 ਪਾਰਟੀਆਂ ਜਿਹੜੀਆਂ ਉਹ ਮੁੱਖ ਧਾਰਾ ਦੇ ਵਿੱਚ ਹੈ, ਉਹਨਾਂ ਦੇ ਵਿੱਚ ਮੁਕਾਬਲਾ ਹੋਊਗਾ ਤੇ ਅਕਾਲੀ ਦਲ ਬਾਦਲਾ ਜਿਹੜਾ ਉਹ ਮੁਕਾਬਲੇ ਦੇ ਵਿੱਚੋਂ ਬਾਹਰ ਆ, ਕਿਉਂਕਿ ਇਹ ਇੱਕ ਧਾਰਮਿਕ ਪਾਰਟੀ ਨਹੀਂ ਆ। ਧਾਰਮਿਕ ਪਾਰਟੀਆਂ ਹੀ ਚੋਣ ਲੜਨਗੀਆਂ। ਪਰ ਉਸ ਤੋਂ ਬਾਅਦ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਅਕਾਲੀ ਦਲ ਦੇ ਵੱਲੋਂ, ਤੇ ਹੁਣ ਹਾਈ ਕੋਰਟ ਦੇ ਵੱਲੋਂ ਆਗਿਆ ਦੇ ਦਿੱਤੀ ਗਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਵੀ ਚੋਣ ਲੜੂਗਾ ਦਿੱਲੀ ਕਮੇਟੀ ਦੀ, ਤੇ ਬਾਲਟੀ ਚੋਣ ਨਿਸ਼ਾਨ ਦੇ ਉੱਤੇ ਲੜੂਗਾ। ਪਹਿਲਾਂ ਇਸ ਰਿਪੋਰਟ ਦਾ ਵੇਰਵਾ, ਬਾਅਦ ਵਿੱਚ ਕਰਾਂਗੇ ਟਿੱਪਣੀ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਾਸਤੇ ਸਿਰ ਧੜ ਦੀ ਬਾਜ਼ੀ ਕਈ ਸਿਆਸੀ ਆਗੂਆਂ ਨੇ ਲਾਈ ਹੋਈ ਹੈ। ਇੱਥੇ ਵੀ ਦੱਸਣਾ ਬਣਦਾ ਹੈ ਕਿ ਮਨਜੀਤ ਸਿੰਘ ਜੀਕੇ ਦੀ ਜਾਗੋ ਪਾਰਟੀ, ਸਿਰਸਾ ਭਰਾਵਾਂ ਦੇ ਵੱਲੋਂ ਤੇ ਹੋਰ ਵੱਖ-ਵੱਖ ਰਾਜਨੀਤਿਕ ਗਰੁੱਪਾਂ ਦੇ ਵੱਲੋਂ ਇਸ ਵਕਤ ਜੋ ਕੀਤਾ ਜਾ ਸਕਦਾ ਉਹ ਲੋਕਾਂ ਨੂੰ ਆਪਣੇ ਹੱਕ ਦੇ ਵਿੱਚ ਕਰਨ ਦੇ ਲਈ ਕੀਤਾ ਜਾ ਰਿਹਾ। ਇੱਥੇ ਵੀ ਦੱਸਣਾ ਬਣਦਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਹੁਣ ਜਦੋਂ ਹਾਈ ਕੋਰਟ ਦੇ ਵੱਲੋਂ ਆਗਿਆ ਮਿਲੀ ਹੈ ਤਾਂ ਉਸ ਦੇ ਆਗੂ ਖਾਸੇ ਖੁਸ਼ੀ ਦੇ ਵਿੱਚ ਨੇ ਤੇ ਉਤਸ਼ਾਹ ਦੇ ਵਿੱਚ ਨੇ। ਉਹਨਾਂ ਦਾ ਇਹ ਕਹਿਣਾ ਕਿ ਇਹ ਚੋਣ ਐਤਕੀ ਫਿਰ ਸਾਡੀ ਝੋਲੀ ਦੇ ਵਿੱਚ ਪਵੇਗੀ। ਜ਼ਿਕਰਯੋਗ ਹੈ ਕਿ ਮਨਜੀਤ ਸਿੰਘ ਜੀਕੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੀ ਹੁੰਦੇ ਸਨ, ਪਰ ਬਾਅਦ ਦੇ ਵਿੱਚ ਉਹ ਅੱਡ ਹੋ ਗਏ ਤੇ ਉਹਨਾਂ ਨੇ ਜਾਗੋ ਪਾਰਟੀ ਬਣਾ ਲਈ, ਤੇ ਸਿਰਸਾ ਦੇ ਨਾਲ ਉਹਨਾਂ ਦਾ 36 ਦਾ ਅੰਕੜਾ ਚੱਲਣ ਦੀਆਂ ਪਿਛਲੇ ਕਾਫੀ ਲੰਮੇ ਸਮੇਂ ਤੋਂ ਖਬਰਾਂ ਆ ਰਹੀਆਂ ਨੇ। ਇਸ ਖਬਰ ਦੇ ਉੱਤੇ ਟਿੱਪਣੀ ਕਰ ਰਿਹਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਪਿਛਲੇ ਕਈ ਵਰ੍ਹਿਆਂ ਤੋਂ ਨਹੀਂ ਹੋਈਆਂ। ਇਹਦੇ ਲਈ ਲਗਾਤਾਰ ਮੰਗ ਕੀਤੀ ਜਾ ਰਹੀ ਹੈ, ਪਰ ਹਾਲੇ ਤੱਕ ਹਰੀ ਝੰਡੀ ਮਿਲ ਨਹੀਂ ਰਹੀ। ਇਹ ਕਦੋਂ ਮਿਲੂਗੀ ਕੁਝ ਕਹਿ ਨਹੀਂ ਸਕਦੇ, ਪਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਿਰ ਦੇ ਉੱਤੇ ਆ ਗਈਆਂ। ਇਸ ਕਰਕੇ ਸਾਰੀਆਂ ਹੀ ਸਿਆਸੀ ਪਾਰਟੀਆਂ ਜਿਹੜੀਆਂ, ਭਾਵੇਂ ਕਿ ਉਹਨਾਂ ਨੂੰ ਧਾਰਮਿਕ ਪਾਰਟੀਆਂ ਕਿਹਾ ਜਾ ਰਿਹਾ, ਪਰ ਜਦੋਂ ਉਹ ਰਾਜਨੀਤੀ ਦੇ ਵਿੱਚ ਵੀ ਦਿਲਚਸਪੀ ਲੈਂਦੀਆਂ, ਰਾਜਨੀਤੀ ਸਿਰੇ ਦੇ ਉੱਤੇ ਕਰਦੀਆਂ, ਇਸ ਕਰਕੇ ਮੈਂ ਉਹਨਾਂ ਨੂੰ ਰਾਜਨੀਤਿਕ ਪਾਰਟੀਆਂ ਦੀ ਸੰਗਿਆ ਦੇ ਰਿਹਾ। ਇਸ ਕਰਕੇ ਹੁਣ ਕਿਹੜੀ ਪਾਰਟੀ ਇੱਥੇ ਬਾਜ਼ੀ ਮਾਰੂਗੀ ਇਹ ਵਕਤ ਦੱਸੂਗਾ, ਪਰ ਜਿਸ ਤਰੀਕੇ ਦੇ ਨਾਲ ਜ਼ੋਰ ਲੱਗਾ ਹੋਇਆ ਤੇ ਜਿਸ ਤਰੀਕੇ ਦੇ ਨਾਲ ਅਕਾਲੀ ਦਲ ਬਾਦਲ ਦੇ ਵੱਲੋਂ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ ਵੀ ਬਾਲਟੀ ਸਾਡੇ ਹੱਥ ਦੇ ਵਿੱਚ ਆ ਤੇ ਅਸੀਂ ਭਰ ਕੇ ਲਿਜਾਣੀ ਆ ਤੇ ਅਸੀਂ ਕਮਾਲ ਕਰ ਦੇਣੀ ਆ, ਇਹ ਹੁਣ ਆਉਂਦੇ ਸਮੇਂ ਨੇ ਸਾਰਾ ਕੁਝ ਬਿਆਨ ਕਰਨਾ। ਪਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਈ ਫੈਸਲਿਆਂ ਦੇ ਉੱਤੇ ਮਾਣ ਵੀ ਹੋਇਆ ਲੰਘੇ ਸਮੇਂ ਦੇ ਵਿੱਚ, ਕਿਉਂਕਿ ਮਨਜਿੰਦਰ ਸਿੰਘ ਸਿਰਸਾ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਜੇਲ੍ਹਾਂ ਦੇ ਵਿੱਚ ਬੰਦ ਲੋਕਾਂ ਨੂੰ ਬਾਹਰ ਕਢਵਾਉਣ ਦੇ ਵਿੱਚ, ਕੇਸ ਲੜਨ ਦੇ ਵਿੱਚ ਯੋਗਦਾਨ ਪਾਇਆ ਗਿਆ 26 ਜਨਵਰੀ ਦੇ ਮਾਮਲੇ ਤੋਂ ਬਾਅਦ, ਉਹ ਵੀ ਇੱਕ ਆਪਣੇ ਆਪ ਦੇ ਵਿੱਚ ਮਿਸਾਲ ਵਾਲੀ ਗੱਲ ਹੈ। ਦੇਖੋ, ਜਦੋਂ ਅਸੀਂ ਕਿਸੇ ਵੀ ਬੰਦੇ ਦੇ ਕਿਰਦਾਰ ਦੀ, ਉਹਦੇ ਕੰਮ ਦੀ ਪੜਚੋਲ ਕਰਦੇ ਹਾਂ ਤਾਂ ਚੰਗੇ ਮਾੜੇ ਦੋਨੋਂ ਪੱਖ ਚੇਤੇ ਰੱਖਣੇ ਚਾਹੀਦੇ ਆ। ਇਹ ਗੱਲ ਸੱਚੀ ਹੈ ਕਿ ਦਿੱਲੀ ਕਮੇਟੀ ਦੇ ਉੱਤੇ ਕਈ ਵਾਰ ਘਪਲੇਬਾਜ਼ਾਂ ਦੇ ਦੋਸ਼ ਲੱਗੇ ਆ, ਪਰ ਇਹ ਵੀ ਗੱਲ ਸੱਚੀ ਹੈ ਕਿ ਪਿਛਲੇ ਕੁਝ ਕੁ ਸਮੇਂ ਦੇ ਵਿੱਚ ਜਿਹੜੇ ਬੰਦ ਕੀਤੇ ਗਏ, ਜੇਲ੍ਹਾਂ ਦੇ ਵਿੱਚ ਤਾੜੇ ਗਏ ਆ, ਉਹਨਾਂ ਲੋਕਾਂ ਨੂੰ ਰਿਹਾ ਕਰਵਾਉਣ ਦੇ ਵਿੱਚ, ਜ਼ਮਾਨਤਾਂ ਕਰਾਉਣ ਦੇ ਵਿੱਚ ਵੀ ਯੋਗਦਾਨ ਪਿਆ। ਬਾਕੀ ਨਤੀਜਾ ਦੱਸੂਗਾ ਵੀ ਕਮੇਟੀ ਦੀਆਂ ਚੋਣਾਂ ਦੇ ਵਿੱਚ ਕੌਣ ਬਾਜ਼ੀ ਮਾਰਦਾ, ਪਰ ਇਸ ਵਕਤ ਸਾਰਿਆਂ ਦੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਕਮੇਟੀ ਦੇ ਉੱਤੇ ਅਸੀਂ ਕਾਬਜ਼ ਹੋਈਏ
ਤੇ ਭਾਵੇਂ ਇਹ ਗੱਲ ਕਹੀ ਜਾਂਦੀ ਹੈ ਕਿ ਇਹ ਤਾਂ ਸੇਵਾ ਵਾਲੀ ਗੱਲ ਹੈ, ਪਰ ਸੇਵਾ ਵਾਲੀ ਕਿੰਨੀ ਕੁ ਗੱਲ ਹੈ ਤੇ ਰਾਜਨੀਤੀ ਕਿੰਨੀ ਭਾਰੂ ਆ, ਇਹਦੇ ਬਾਬਤ ਆਪਾਂ ਸਾਰਾ ਕੁਝ ਜਾਣਦੇ ਹਾਂ। ਖਬਰਾਂ ਦੇ ਉੱਤੇ ਵਿਚਾਰ ਚਰਚਾ ਹੋਰ ਵੀ ਕੀਤੀ ਜਾ ਸਕਦੀ ਸੀ, ਪਰ ਜੋ ਵਕਤ ਦੀ ਘਾਟ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਦਿਓ ਆਗਿਆ। ਬਹੁਤ ਬਹੁਤ ਮਿਹਰਬਾਨੀ।